ਸਤਿ ਸ਼੍ਰੀ ਅਕਾਲ। ਚਲੋ ਪੰਜਾਬੀ ਸਿੱਖੀਏ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਮੰਚ ਮਹਿਕ ਪੁਸਤਕ ਤੋਂ, ਜੋ ਕਿ ICSE ਬੋਰਡ ਦੁਆਰਾ ਪ੍ਰਮਾਣਿਤ 9ਵੀਂ ਤੇ 10ਵੀਂ ਜਮਾਤ ਤੇ ਲੱਗੀ ਹੋਈ ਹੈ, ਉਸ ਦੀ ਪਹਿਲੀ ਇਕਾਂਗੀ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਸੁਹਾਗ। ਸੁਹਾਗ ਇਕਾਂਗੀ ਈਸ਼ਵਰ ਚੰਦਰ ਨੰਦਾ ਜੀ ਦੁਆਰਾ ਲਿਖੀ ਹੋਈ ਹੈ। ਈਸ਼ਵਰ ਚੰਦਰ ਨੰਦਾ ਜੀ ਨੂੰ ਪੰਜਾਬੀ ਇਕਾਂਗੀ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਸੁਹਾਗ ਇਕਾਂਗੀ ਦਾ ਵਿਸ਼ਾ ਸਾਡੇ ਸਮਾਜ ਵਿੱਚ ਗਰੀਬੀ ਤੇ ਕਰਜ਼ੇ ਦੇ ਭਾਰ ਹੇਠਾਂ ਦੱਬੇ ਲੋਕਾਂ ਦੀਆਂ ਧੀਆਂ ਨੂੰ ਵਿਆਹੁਣ ਦੀ ਸਮੱਸਿਆ ਬਾਰੇ ਹੈ, ਜਿਸ ਦਾ ਸਿੱਟਾ ਕੀ ਨਿਕਲਦਾ ਹੈ? ਅਣਜੋੜ ਵਿਆਹ। ਅਣਜੋੜ ਮਤਲਬ ਕੋਈ ਮੇਲ ਨਾ ਹੋਣਾ। ਇਕਾਂਗੀਕਾਰ ਨੇ 1913 ਵਿੱਚ ਜਦੋਂ ਇਹ ਨਾਟਕ ਲਿਖਿਆ ਸੀ, ਉਸ ਸਮੇਂ ਧੀਆਂ ਨੂੰ ਛੋਟੀ ਉਮਰ ਵਿੱਚ ਵਿਆਹੁਣ, ਗਰੀਬੀ ਤੇ ਕਰਜ਼ੇ ਦੇ ਭਾਰ ਹੇਠਾਂ ਦੱਬੇ ਲੋਕਾਂ ਦੀਆਂ ਮੁਟਿਆਰ ਧੀਆਂ ਦੇ ਪੈਸੇ ਦੇ ਕੇ ਬੁੱਢਿਆਂ ਨਾਲ ਵਿਆਹ ਦੇਣ, ਜਾਂ ਇਸ ਮਜਬੂਰੀ ਅਧੀਨ ਗੁੱਡੀਆਂ ਪਟੋਲੇ ਖੇਡਦੀਆਂ ਧੀਆਂ ਹੀ ਬੁੱਢਿਆਂ ਨਾਲ ਵਿਆਹ ਦੇਣ ਦੀ ਸਮੱਸਿਆ ਪ੍ਰਧਾਨ ਸੀ। ਗੁੱਡੀਆਂ ਪਟੋਲੇ ਮਤਲਬ ਬਹੁਤ ਹੀ ਛੋਟੀਆਂ ਲੜਕੀਆਂ ਜਿਨ੍ਹਾਂ ਦੀ ਉਮਰ 10 ਸਾਲਾਂ ਤੋਂ ਵੀ ਘੱਟ ਹੁੰਦੀ ਸੀ, ਉਹਨਾਂ ਨੂੰ ਵੀ ਮਜਬੂਰੀ ਵਿੱਚ ਆ ਕੇ ਲੋਕ ਬਜ਼ੁਰਗਾਂ ਦੇ ਨਾਲ, ਬਹੁਤ ਵੱਡੀ ਉਮਰ ਦੇ ਲੋਕਾਂ ਨਾਲ ਵਿਆਹ ਦਿੰਦੇ ਸਨ। ਘਰਾਂ ਦੀਆਂ ਜਨਾਨੀਆਂ ਕੁੜੀਆਂ ਨੂੰ ਛੋਟੀ ਉਮਰ ਵਿੱਚ ਵਿਆਹੁਣ ਤੇ ਜੋੜ ਦਿੰਦੀਆਂ ਸਨ। ਗਰੀਬ ਆਦਮੀ ਕੋਲ ਧੀ ਦਾ ਵਿਆਹ ਕਰਨ ਲਈ ਪੈਸੇ ਨਹੀਂ ਹੁੰਦੇ ਸਨ ਤੇ ਹਵਸੀ ਅਮੀਰ ਲੋਕਾਂ ਦੀ ਪੈਸੇ ਦੀ ਸ਼ਣਕਾਰ ਉਹਨਾਂ ਨੂੰ ਅਣਜੋੜ ਵਿਆਹ ਕਰਨ ਲਈ ਮਜਬੂਰ ਕਰਦੀ ਸੀ, ਕਿਉਂਕਿ ਇਸ ਤਰ੍ਹਾਂ ਉਹਨਾਂ ਦੇ ਦੋ ਆਰਥਿਕ ਮਸਲੇ ਹੱਲ ਹੁੰਦੇ ਸਨ। ਇੱਕ ਤਾਂ ਧੀ ਵਿਆਹੀ ਜਾਂਦੀ ਸੀ ਤੇ ਦੂਸਰਾ ਧੀ ਦੇ ਪੈਸੇ ਵੱਟ ਕੇ ਉਹ ਜਾਂ ਤਾਂ ਸ਼ਾਹੂਕਾਰ ਦਾ ਕਰਜ਼ਾ ਜਾਂ ਕਿਸੇ ਹੱਦ ਤੱਕ ਮਤਲਬ ਕੁਝ ਹੱਦ ਤੱਕ ਲਾ ਦਿੰਦੇ ਸਨ, ਜਾਂ ਫਿਰ ਘਰ ਦਾ ਕੋਈ ਕੰਮ ਸਵਾਰ ਲੈਂਦੇ ਸਨ। ਇਸ ਪ੍ਰਕਾਰ ਉਸ ਸਮੇਂ ਧੀ ਦੇ ਪੈਸੇ ਲੈ ਕੇ ਅਣਜੋੜ ਤੇ ਜਬਰੀ ਵਿਆਹ ਦੀ ਸਮੱਸਿਆ ਸਮਾਜ ਨੂੰ ਕੋੜ ਵਾਂਗ ਲੱਗੀ ਹੋਈ ਸੀ। ਇਕਾਂਗੀ ਵਿੱਚ ਸੁਹਾਗ ਇਕਾਂਗੀ ਜੋ ਅਸੀਂ ਪੜ੍ਹਨ ਜਾ ਰਹੇ ਹਾਂ, ਇਸ ਇਕਾਂਗੀ ਵਿੱਚ ਮੇਲੋ ਦੀ ਮਾਂ, ਜਿਹੜੀ ਕਿ ਦੁਹਾਜੂ ਪੁੱਤ ਪੋਤਿਆਂ ਵਾਲੇ ਵਰ ਨਾਲ ਆਪਣੀ ਜਵਾਨ ਧੀ ਮੇਲੋ ਨੂੰ ਵਿਆਹੁਣ ਦੀ ਆਪਣੇ ਪਤੀ ਹੁਸ਼ਿਆਰ ਚੰਦ ਦੀ ਸਕੀਮ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੁੰਦੀ ਤੇ ਇਸ ਅਣਜੋੜ ਰਿਸ਼ਤੇ ਬਾਰੇ ਉਹ ਬਹੁਤ ਦੁਖੀ ਹੁੰਦੀ ਹੈ ਤੇ ਇਸ ਦਾ ਵਿਰੋਧ ਕਰਦੀ ਹੈ। ਪਰ ਉਦੋਂ ਉਹ ਵੀ ਚੁੱਪ ਹੋ ਜਾਂਦੀ ਹੈ ਜਦੋਂ ਹੁਸ਼ਿਆਰ ਚੰਦ ਉਸ ਵਰ ਵੱਲੋਂ ਆਏ ਹੋਏ ਰੁਪਈਆਂ ਦੀ ਥੈਲੀ ਆਪਣੀ ਪਤਨੀ ਨੂੰ ਦਿਖਾਉਂਦਾ ਹੈ ਤੇ ਪੈਸੇ ਨੂੰ ਦੇਖ ਕੇ ਉਹ ਵੀ ਚੁੱਪ ਹੋ ਜਾਂਦੀ ਹੈ ਤੇ ਇਸ ਗੱਲ ਨਾਲ ਸਹਿਮਤ ਹੋ ਜਾਂਦੀ ਹੈ। ਅਸੀਂ ਇਕਾਂਗੀ ਸ਼ੁਰੂ ਕਰਦੇ ਹਾਂ। ਇਕਾਂਗੀ ਮੈਂ ਤੁਹਾਨੂੰ 3 ਭਾਗਾਂ ਵਿੱਚ ਪੂਰੀ ਪੜ੍ਹਾਵਾਂਗੀ ਤਾਂ ਕਿ ਤੁਸੀਂ ਇਕਾਂਗੀ ਨੂੰ ਚੰਗੀ ਤਰ੍ਹਾਂ ਸਮਝ ਸਕੋ। ਇਸ ਇਕਾਂਗੀ ਵਿੱਚ ਮੁੱਖ ਪਾਤਰ ਹਨ ਲਾਜੋ। ਲਾਜੋ ਕੁੜੀ ਹੈ ਜੋ ਕਿ 6-7 ਸਾਲਾਂ ਦੀ ਹੈ। ਦੂਸਰੀ ਮੁੱਖ ਪਾਤਰ ਹੈ ਮੇਲੋ। ਮੇਲੋ 17-18 ਸਾਲ ਦੀ ਲੜਕੀ ਹੈ ਤੇ ਲਾਜੋ ਦੀ ਵੱਡੀ ਭੈਣ ਹੈ। ਹੁਸ਼ਿਆਰ ਚੰਦ ਉਹਨਾਂ ਦਾ ਪਿਤਾ ਹੈ। ਕੌਰਾਂ ਉਹਨਾਂ ਦੀ ਮਾਂ ਦਾ ਨਾਮ ਹੈ। ਇੱਕ ਲੜਕੀ ਹੋਰ ਹੈ ਇਸ ਵਿੱਚ, ਜਿਸ ਦਾ ਨਾਮ ਬਸੰਤੋ ਹੈ। ਬਸੰਤੋ ਮੇਲੋ ਦੀ ਸਹੇਲੀ ਹੈ। ਇਹਨਾਂ ਮੁੱਖ ਪਾਤਰਾਂ ਤੋਂ ਇਲਾਵਾ ਇਸ ਇਕਾਂਗੀ ਵਿੱਚ ਇੱਕ ਬੁੱਢੀ ਜਨਾਨੀ ਦਾ ਥੋੜ੍ਹਾ ਕਿਰਦਾਰ ਹੈ, ਇੱਕ ਨੈਣ ਹੈ, ਇੱਕ ਨਿੱਕਾ ਜਿਹਾ ਮੁੰਡਾ ਹੈ ਤੇ ਇੱਕ ਪਾਂਧਾ ਹੈ। ਕਹਾਣੀ ਅਸੀਂ ਇਕਾਂਗੀ ਸ਼ੁਰੂ ਕਰਨ ਜਾ ਰਹੇ ਹਾਂ ਕਿ ਨਾਟਕ ਵਿੱਚ ਕਿਸ ਤਰ੍ਹਾਂ ਸ਼ੁਰੂ ਹੁੰਦਾ ਹੈ, ਕਿਹੜਾ ਸਥਾਨ ਹੈ। ਠੀਕ ਹੈ। ਇਕਾਂਗੀ ਦੇ ਵਿੱਚ ਸਥਾਨ ਪੰਜਾਬ ਦਾ ਇੱਕ ਪਿੰਡ ਹੈ। ਵੇਲਾ ਢਲਿਆ ਦਿਨ ਹੈ, ਤਰਕਾਲਾਂ ਹੋਣ ਵਾਲੀਆਂ ਹਨ। ਤਰਕਾਲਾਂ ਮਤਲਬ ਸ਼ਾਮ ਪੈਣ ਵਾਲੀ ਹੈ। ਝਾਂਕੀ ਪਰਦਾ ਉੱਠਣ ਉੱਤੇ ਇੱਕ ਵੱਡਾ ਸਾਰਾ ਦਲਾਨ ਦਿਸਦਾ ਹੈ। ਦਲਾਨ ਮਤਲਬ ਬਹੁਤ ਵੱਡਾ ਕਮਰਾ ਜਾਂ ਹਾਲ ਦਿਸਦਾ ਹੈ। ਇਹਦੇ ਪਿੱਛੇ ਇੱਕ ਨਿੱਕੀ ਜਿਹੀ ਕੋਠੜੀ ਦਾ ਬੂਹਾ ਭਿੜਿਆ ਹੋਇਆ ਹੈ, ਬੰਦ ਹੈ। ਉਸ ਸਮੇਂ ਦੇ ਅਸੀਂ 1913 ਦੀ ਗੱਲ ਕਰ ਰਹੇ ਹਾਂ। ਉਸ ਸਮੇਂ ਅਕਸਰ ਜ਼ਿਆਦਾਤਰ ਲੋਕਾਂ ਦੇ ਕੱਚੇ ਘਰ ਹੁੰਦੇ ਸਨ, ਮਿੱਟੀ ਦੇ ਬਣੇ ਹੋਏ। ਲਾਗੇ ਹੀ ਇੱਕ ਟੰਗਣੀ ਉੱਤੇ ਕੱਪੜੇ ਲੱਤੇ ਲਮਕਦੇ ਹਨ। ਟੰਗਣਾ ਮਤਲਬ ਲੋਕ ਘਰਾਂ ਦੇ ਵਿੱਚ ਹੀ ਕੋਈ ਡੰਡਾ ਵਗੈਰਾ ਜਾਂ ਲਟਕਾ ਲੈਂਦੇ ਸਨ ਕਿਸੇ ਨੌਕਰ ਦੇ ਉੱਪਰ, ਤੇ ਉਹਦੇ ਉੱਪਰ ਹੀ ਸਾਰੇ ਕੱਪੜੇ ਲਟਕਾਏ ਜਾਂਦੇ ਸਨ। ਕੋਈ ਜਿੱਦਾਂ ਹੁਣ ਅਸੀਂ ਅਲਮੀਰਾ ਹਨ ਸਾਡੇ ਕੋਲ, ਉਹਦੇ ਉੱਪਰ ਅਸੀਂ ਹੈਂਗਰ ਰੱਖ ਕੇ ਬੜੇ ਹੀ ਸੁਚੱਜੇ ਢੰਗ ਨਾਲ ਕੱਪੜੇ ਰੱਖਦੇ ਹਾਂ। ਉਸ ਸਮੇਂ ਦੀ ਅਸੀਂ ਗੱਲ ਕਰ ਰਹੇ ਹਾਂ, ਉਦੋਂ ਇਸ ਤਰ੍ਹਾਂ ਕੁਛ ਵੀ ਨਹੀਂ ਸੀ। ਉਸ ਤੋਂ ਬਾਅਦ ਦਲਾਨ ਦੇ ਇੱਕ ਖੁੰਝੇ ਵੱਲ ਚੁੱਲ੍ਹਾ ਚੌਂਕਾ ਦਿਸਦਾ ਹੈ। ਖੁੰਝੇ ਵੱਲ ਮਤਲਬ ਇੱਕ ਨੁੱਕਰ ਵੱਲ। ਉਸ ਸਮੇਂ ਕੀ ਹੁੰਦਾ ਸੀ, ਚੁੱਲ੍ਹੇ ਚੌਂਕੇ
जो जिन्हां ने हुण साडीਆਂ किचन ਦਾ रसोईਆਂ ਦਾ रूप धारण कर लिया है, चौंके अक्सर बाहर होया करते सन खुले आसमान हेठां। ठीक है, तो उस विच भी की सीगा कि क्योंकि उदों साडे कोल गैस सिलेंडर नहीं सन, इसलिए चुੱਲ੍ਹੇ ਦੇ ਵਿੱਚ ਅੱਗ ਬਾਲੀ ਜਾਂਦੀ ਸੀ। ਅੱਗ ਬਾਲਣ ਦੇ ਲਈ ਗੋਬਰ ਦੇ ਬਣਾਈਆਂ ਹੋਈਆਂ ਪਾਥੀਆਂ ਜਾਂ ਲੱਕੜੀਆਂ ਦਾ ਪ੍ਰਯੋਗ ਕੀਤਾ ਜਾਂਦਾ ਸੀ, ਜਿਸ ਦੇ ਨਾਲ ਬਹੁਤ ਧੂੰਆਂ ਵੀ ਨਿਕਲਦਾ ਸੀ। ਤੇ ਇਹ ਜੋ ਤੁਹਾਨੂੰ ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ, ਇਹ ਇੱਕ ਚੌਂਕਾ ਹੈ। ਤੇ ਘਰ ਦੀਆਂ ਸੁਆਣੀਆਂ ਮਤਲਬ ਔਰਤਾਂ, ਜਨਾਨੀਆਂ, ਤੀਵੀਆਂ ਹੀ ਘਰ ਨੂੰ ਸਜਾਉਂਦੀਆਂ ਸਨ। ਉਹ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਬਣਾਉਂਦੀਆਂ ਸਨ, ਜਿਸ ਤਰ੍ਹਾਂ ਕਿ ਅਸੀਂ ਚੌਂਕੇ ਵਿੱਚ ਵੀ ਦੇਖ ਰਹੇ ਹਾਂ ਕਿ ਕੁਛ ਉਹਨਾਂ ਨੇ ਹੋਲਸ ਬਣਾਏ ਹੋਏ ਨੇ, ਜਿਹਦੇ ਰਸਤੇ ਬਾਹਰ ਉਹ ਦੇਖ ਵੀ ਸਕਣ ਕਿ ਕੌਣ ਆ ਜਾ ਰਿਹਾ ਘਰ ਵਿੱਚ। ਉਸ ਤੋਂ ਇਲਾਵਾ ਹਵਾ ਦੀ ਵੀ ਕ੍ਰੋਸਿੰਗ ਹੁੰਦੀ ਰਹੇ। ਅਤੇ ਉਹਨਾਂ ਨੇ ਆਪਣੇ ਚੌਂਕਿਆਂ ਨੂੰ ਭਾਂਡਿਆਂ ਨਾਲ ਜਾਂ ਇੱਕ ਮਿੱਟੀ ਦੇ ਹੀ ਕੁਛ ਇੱਦਾਂ ਅਲਮਾਰੀ ਟਾਈਪ ਬਣਾ ਕੇ, ਅੰਗੀਠੀਆਂ ਬਣਾ ਕੇ ਸਜਾਇਆ ਹੁੰਦਾ ਸੀ। ਇਸ ਤੋਂ ਬਾਅਦ ਕੀ ਹੈ, ਇਹਦੇ ਨਾਲ ਹੀ ਇਹ ਲਾਗੇ ਹੀ ਇੱਕ ਨਿੱਕੀ ਜਿਹੀ ਮੰਜੀ ਡੱਠੀ ਹੋਈ ਹੈ। ਚੌਂਕੇ ਦੇ ਲਾਗੇ ਮੰਜੀ ਮਤਲਬ ਜੋ ਵਾਨ ਦਾ ਬਣਿਆ ਹੋਇਆ ਮੰਜੀ ਹੈ, ਉਹ ਡੱਠੀ ਹੋਈ ਹੈ। ਕੌੜਾ, ਜਿਹਦੀ ਉਮਰ ਕੋਈ 35-40 ਸਾਲਾਂ ਦੀ ਲੱਗਦੀ ਹੈ, ਇੱਕ ਪੀੜ੍ਹੀ ਉੱਤੇ ਬੈਠੀ ਚਰਖਾ ਕੱਤ ਰਹੀ ਹੈ। ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋਵੋਗੇ, ਇੱਕ ਪੀੜ੍ਹੀ ਪਈ ਹੋਈ ਹੈ ਜਿਸ ਨੂੰ ਲਾਲ ਤੇ ਚਿੱਟੇ ਰੰਗ ਨਾਲ ਬਣਾਇਆ ਗਿਆ ਹੈ। ਇਹਦੇ ਉੱਪਰ ਬੈਠ ਕੇ ਉਹ ਚਰਖਾ ਕੱਤ ਰਹੀ ਸੀ। ਉਸ ਤੋਂ ਬਾਅਦ ਇੱਕ ਚਰਖਾ ਵੀ ਨਾਲ ਦਿਖ ਰਿਹਾ ਹੈ। ਠੀਕ ਹੈ, ਪੁਰਾਣੇ ਸਮੇਂ ਵਿੱਚ ਅਕਸਰ ਜਨਾਨੀਆਂ ਚਰਖਾ ਕੱਤਦੀਆਂ ਸਨ। ਧਾਗਾ ਵੱਟ ਕੇ, ਸੂਤ ਬਣਾ ਕੇ ਉਸ ਦੇ ਨਾਲ ਹੀ ਦਰੀਆਂ ਤੇ ਖੇਸ ਤਿਆਰ ਕੀਤੇ ਜਾਂਦੇ ਸਨ। ਇੱਕ ਨਾਲ ਤੁਸੀਂ ਚੱਕੀ ਦੇਖ ਰਹੇ ਹੋ, ਚੱਕੀ ਵਿੱਚ ਕਣਕ ਪੀਸ ਕੇ ਤੇ ਉਹਦਾ ਆਟਾ ਤਿਆਰ ਕੀਤਾ ਜਾਂਦਾ ਸੀ। ਤੇ ਇਹਦੇ ਨਾਲ ਹੀ ਇੱਕ ਮਧਾਣੀ ਪਈ ਹੋਈ ਹੈ, ਚਾਟੀ ਦੇ ਵਿੱਚ ਮਧਾਣੀ, ਜਿਸ ਦੇ ਵਿੱਚ ਲੱਸੀ ਰੜਕ ਕੇ ਉਹ 'ਚੋਂ ਮੱਖਣ ਕੱਢਿਆ ਜਾਂਦਾ ਸੀ। ਤੇ ਇਸ ਦੇ ਵਿੱਚ ਕੀ ਹੈ, ਕੌਰਾਂ ਜੋ ਹੈ ਉਹ ਪੀੜ੍ਹੀ ਉੱਤੇ ਬੈਠੀ ਹੋਈ ਹੈ। ਠੀਕ ਹੈ, ਤੇ ਆਪਣਾ ਕੰਮ ਕਰ ਰਹੀ ਹੈ। ਉਸ ਦੇ ਨਾਲ ਹੀ ਚਰਖਾ ਕੱਤ ਰਹੀ ਹੈ। ਉਹਦੇ ਨਾਲ ਇੱਕ ਬੁੱਢੀ ਜਨਾਨੀ ਬੈਠੀ ਗੱਲਾਂ ਪਈ ਕਰਦੀ ਹੈ। ਮੇਲੋ ਪਰੀ ਇੱਕ ਪੀੜ੍ਹੀ ਉੱਤੇ ਬੈਠੀ ਫੁਲਕਾਰੀ ਕੱਢ ਰਹੀ ਹੈ। ਤੇ ਲਾਜੋ ਮੰਜੀ ਉੱਤੇ ਬੈਠੀ ਗੁੱਡੀਆਂ ਨਾਲ ਖੇਡ ਰਹੀ ਹੈ, ਗੁੱਡੀਆਂ ਪਟੋਲਿਆਂ ਨਾਲ। ਠੀਕ ਹੈ, ਹੁਣ ਤੇ ਸਾਡੇ ਕੋਲ ਕੀ ਹੈ, ਬਹੁਤ ਸਾਰੇ ਟੋਇਜ਼ ਨੇ, ਬੱਚਿਆਂ ਕੋਲ ਬੜੇ ਸਾਰੇ ਖਿਡੌਣੇ ਨੇ ਜੋ ਸਾਨੂੰ ਮਾਰਕੀਟ 'ਚੋਂ ਬੜੀ ਈਜ਼ੀਲੀ ਮਿਲ ਜਾਂਦੇ ਨੇ। ਅਤੇ ਉਸ ਸਮੇਂ ਲੋਕ ਘਰ ਵਿੱਚ ਹੀ ਪਈਆਂ ਪੁਰਾਣੀਆਂ ਵਸਤੂਆਂ ਦੇ ਨਾਲ ਹੀ ਖਿਡੌਣੇ ਬਣਾ ਲੈਂਦੇ ਸਨ। ਠੀਕ ਹੈ, ਗੁੱਡੀਆਂ ਪਟੋਲੇ ਤਾਂ ਅਕਸਰ ਬੱਚੇ ਪੁਰਾਣੀਆਂ ਬਚੇ ਹੋਏ ਕੱਪੜਿਆਂ ਨਾਲ, ਲੀਰਾਂ ਨਾਲ ਬਣਾਇਆ ਕਰਦੇ ਸਨ। ਹਾਂ, ਇਸ ਦੇ ਵਿੱਚ ਸ਼ੁਰੂ ਕਰਦੇ ਹਾਂ ਅਸੀਂ ਇਕਾਂਗੀ ਦੇ ਵਿੱਚ ਕੀ ਹੈ ਕਿ ਜੋ ਵੀ ਪਾਤਰ ਬੋਲ ਰਿਹਾ ਹੈ ਉਸ ਦਾ ਅਸੀਂ ਪਹਿਲੇ ਨਾਮ ਲਵਾਂਗੇ, ਜੋ ਗੱਲ ਕਰ ਰਿਹਾ ਹੈ। ਠੀਕ ਹੈ, ਉਸ ਤੋਂ ਬਾਅਦ ਉਹ ਆਪਣੀ ਗੱਲ ਕਰੇਗਾ, ਕਿਹਨਾਂ ਦੇ ਵਿੱਚ ਵਾਰਤਾਲਾਪ ਹੋ ਰਿਹਾ ਹੈ, ਉਸ ਤੋਂ ਬਾਅਦ ਦੂਸਰਾ ਪਾਤਰ ਬੋਲੇਗਾ। ਇਕਾਂਗੀ ਸ਼ੁਰੂ ਹੁੰਦੀ ਹੈ। ਕੌਰਾਂ, ਬੇਬੇ ਸੱਚ ਇਹ ਕੀ ਭੈੜਾ ਰਿਵਾਜ਼ ਪੈਂਦਾ ਜਾਂਦਾ ਹੈ। ਲੋਕੀ ਹੁਣ ਕੁੜੀਆਂ ਨੂੰ ਵੱਡਾ ਕਰਕੇ ਵਿਆਹੁੰਦੇ ਨੇ। ਇਹ ਵੇਖਾਂ ਹੁਣ ਕਰਮੋਂ ਨੇ ਧੀ ਵਿਆਹੀ ਤਾਂ 18 ਵਰ੍ਹਿਆਂ ਦੀ ਕਰਕੇ, ਤੇ ਜੇ ਹੁਣ ਭਾਗਾਂ ਵਿੱਚ ਆਪਣੀ ਕੁੜੀ ਦੀ ਕੁੜਮਾਈਏ ਤਾਂ ਕੋਠੇ ਚਿੱਟੀ ਕਰਕੇ। ਕੌਰਾਂ ਜੋ ਹੈ ਮੇਲੋ ਦੀ ਮਾਂ, ਠੀਕ ਹੈ, ਮੇਲੋ ਤੇ ਲਾਜੋ ਦੀ ਮਾਂ ਬੁੱਢੀ ਔਰਤ ਨਾਲ ਗੱਲਾਂ ਕਰਦੀ ਪਈ ਹੈ। ਅੱਗੋਂ ਬੁੱਢੀ ਔਰਤ ਜਵਾਬ ਦਿੰਦੀ ਹੈ, ਬੁੱਢੀਆਂ ਦਾ ਕੋਈ ਦੋਸ਼ ਨਹੀਂ, ਇਹ ਸਾਰਾ ਕੀੜਾ ਤਾਂ ਮਰਦਾਂ ਦੇ ਸਿਰ ਵਿੱਚ ਏ। ਬੁੱਢੀ ਕੀ ਕਹਿੰਦੀ ਕਿ ਇਹਦੇ ਵਿੱਚ ਜੋ ਬੁੱਢੀਆਂ ਦਾ ਕੋਈ ਦੋਸ਼ ਨਹੀਂ ਹੈ, ਅਗਰ ਉਹਨਾਂ ਦੀਆਂ ਧੀਆਂ ਨੂੰ ਜ਼ਿਆਦਾ ਉਮਰ ਕਰਕੇ ਵਿਆਹੀਆਂ ਜਾ ਰਹੀਆਂ ਨੇ ਤੇ ਸਾਰਾ ਕੀੜਾ ਜੋ ਹੈ ਉਹ ਮਰਦਾਂ ਦੇ ਦਿਮਾਗ ਵਿੱਚ ਹੈ। ਮਰਦ ਹੀ ਆਪਣੇ ਦਿਮਾਗਾਂ ਦੀ, ਜੋ ਉਹਨਾਂ ਦੇ ਦਿਮਾਗ ਵਿੱਚ ਗੱਲ ਆਉਂਦੀ ਹੈ, ਉਹ ਪੂਰੀ ਕਰਦੇ ਹਨ। ਕੌਰਾਂ ਅੱਗੋਂ ਉੱਤਰ ਦਿੰਦੀ ਹੈ, ਪਿਛਲੀਆਂ ਜ਼ਮਾਨਿਆਂ ਵਿੱਚ ਕੁੜੀ 5ਵਾਂ ਟੱਪਦੀ ਨਹੀਂ ਸੀ ਤੇ ਉਹਦਾ ਵਿਆਹ ਕਰ ਦਿੰਦੇ ਸਨ। ਲੈ ਮੈਨੂੰ ਆਪਣੇ ਵਿਆਹ ਦੀ ਕੋਈ ਸਾਰ ਹੀ ਨਹੀਂ, ਕਦੋਂ ਹੋਇਆ। ਬੁੱਢੀ, ਭੈਣ ਸਮੇਂ ਹੋਰ ਦੇ ਹੋਰ ਹੋ ਗਏ ਨੇ, ਕਲਯੁਗ ਆ ਗਿਆ ਏ ਕਲਯੁਗ। ਤੀਵੀਆਂ ਦੀ ਤਾਂ ਸੁਣਦਾ ਹੀ ਨਹੀਂ ਕੋਈ, ਮਰਦਾਂ ਨੇ ਜੋ ਮਨ ਵਿੱਚ ਆਉਂਦਾ ਏ ਕਰਦੇ ਨੇ। ਮੇਰੀ ਤਾਂ ਉਮਰ ਬੀਤ ਗਈ ਏ ਸਿਰ ਖਪਾਉਂਦਿਆਂ ਮਰਦਾਂ ਨਾਲ। ਮੇਰੀ ਪੋਤਰੀ ਦੁਰਗੋ ਨੇ 2 ਮਹੀਨਿਆਂ ਨੂੰ ਪੂਰੇ 5 ਵਰ੍ਹਿਆਂ ਦੀ ਹੋ ਜਾਣਾ ਏ ਤੇ ਮੈਂ ਆਪਣੇ ਵੱਲੋਂ ਉਹਦੇ ਲਈ ਮੁੰਡਾ ਵੀ ਲੱਭ ਰੱਖਿਆ ਏ, ਪਰ ਕੁੜੀ ਦਾ ਪਿਓ ਮੰਨਦਾ ਹੀ ਨਹੀਂ। ਠੀਕ ਹੈ, ਬੁੱਢੀ ਆਪਣੀ ਗੱਲ ਦੱਸਣ ਲੱਗ ਜਾਂਦੀ ਹੈ। ਪਹਿਲੇ ਕੌਰਾਂ ਕੁਛ ਉਹਨਾਂ ਨੂੰ ਦੱਸ ਰਹੀ ਹੈ, ਫਿਰ ਉਸ ਤੋਂ ਬਾਅਦ ਜੋ ਬੁੱਢੀ ਔਰਤ ਉੱਥੇ ਬੈਠੀ ਹੋਈ ਹੈ ਉਹ ਜਵਾਬ ਦੇ ਰਹੀ ਹੈ ਕਿ ਉਸ ਦੀ ਬੇਟੀ ਵੀ ਜੋ ਹੈ, ਉਸ ਦੀ ਪੋਤੀ ਜੋ ਹੈ 5 ਵਰ੍ਹਿਆਂ ਦੀ ਮਤਲਬ 5 ਸਾਲਾਂ ਦੀ ਹੋਣ ਵਾਲੀ ਹੈ। ਠੀਕ ਹੈ, ਤੇ ਬੁੱਢੀ ਜੋ ਔਰਤ ਹੈ ਉਹਦੇ ਲਈ ਇੱਕ ਲੜਕਾ ਵੀ ਲੱਭ ਬੈਠੀ ਹੋਈ ਹੈ ਕਿ ਉਹਦੇ ਨਾਲ ਕਿਸ ਨਾਲ ਉਸਨੇ ਉਹਦਾ ਵਿਆਹ ਕਰਨਾ ਹੈ। ਅੱਗੋਂ ਕੌਰਾਂ, ਹੋਰ ਤਾਂ ਹੋਰ ਸਾਡੀ ਮੇਲੋ ਨੂੰ ਸੁੱਖ ਨਾਲ ਹੁਣ 18ਵਾਂ ਚੜ੍ਹਨ ਵਾਲਾ ਏ ਤੇ ਪਿਓ ਦਾ ਅਜੇ ਤੱਕ ਕੇਸ ਮਾਰੀ ਬੈਠਾ ਏ।
ਘੇਸ ਮਾਰਨਾ ਕਿ ਹਜੇ ਤੱਕ ਉਹ ਚੁੱਪਚਾਪ ਬੈਠਾ ਹੋਇਆ ਹੈ, ਕੋਈ ਗੱਲਬਾਤ ਨਹੀਂ ਕਰ ਰਿਹਾ ਹੈ ਉਸ ਬਾਰੇ। ਠੀਕ ਹੈ, ਘੇਸ ਮਾਰਨਾ ਲਾਪਰਵਾਹੀ ਕਰਨਾ। ਠੀਕ, ਉਹ ਲਾਪਰਵਾਹੀ ਦਿਖਾ ਰਿਹਾ ਹੈ। ਬੁੱਢੀ, ਸੱਚੀ ਪੁੱਛੇ ਤਾਂ ਘੇਸ ਤੂੰ ਆਪ ਮਾਰੀ ਬੈਠੀ ਹੈ। ਜੇ ਉੱਠਦੇ ਬਹਿੰਦੇ ਨੂੰ ਆਖਦੀ ਰਵੇਂ ਤਾਂ ਉਹ ਕਿਉਂ ਨਾ ਖਿਆਲ ਰੱਖੇ। ਕੌਰਾਂ, ਮੈਂ ਆਖ ਕੇ ਖੱਪ ਗਈ ਹਾਂ ਬੇਬੇ, ਪਰ ਉਹਦਾ ਇੱਕੋ ਜਵਾਬ ਏ, ਅੱਜ ਕਰਨੇ ਆ ਕੱਲ ਕਰਨੇ ਆ, ਬਸ ਅੱਜ ਕੱਲ ਕਹਿੰਦਿਆਂ ਮੁੱਦਤਾਂ ਲੰਘਾ ਛੱਡੀਆਂ ਸੂ। ਬੁੱਢੀ, ਭੈਣੇ ਜ਼ਮਾਨਾ ਬੁਰਾ ਜਾਂਦਾ ਏ, ਮੇਲੋ ਦਾ ਪਿਓ ਆਉਂਦਾ ਏ ਤਾਂ ਉਹਨੂੰ ਜ਼ੋਰ ਦੇ। ਏਡੀਆਂ ਵਸਣ ਦੱਸਣ ਜੋਗੀਆਂ ਕੁੜੀਆਂ ਨੂੰ ਘਰ ਕੌਣ ਬਿਠਾਲ ਛੱਡਦਾ ਏ। ਸਿਆਣਿਆਂ ਕਿਹਾ ਏ ਧੀਆਂ ਆਪਣੇ ਸਹੁਰੇ ਹੀ ਸੌਂਦੀਆਂ ਨੇ। ਬੁੱਢੀ ਉਸਨੂੰ ਦੱਸ ਰਹੀ ਹੈ ਕਿ ਜ਼ਮਾਨਾ ਸਹੀ ਨਹੀਂ ਚੱਲ ਰਿਹਾ ਹੈ ਤੇ ਤੂੰ ਜੋੜ ਦੇ ਉਹਨੂੰ। ਠੀਕ ਹੈ, ਕਿ ਘੇਸ ਤੂੰ ਮਾਰੀ ਹੋਈ ਹੈ, ਤੂੰ ਆਪਣੇ ਘਰ ਵਾਲੇ ਨੂੰ ਆਂਦੇ ਜਾਂਦੇ ਨੂੰ ਤੂੰ ਬਾਰ-ਬਾਰ ਉਹਨੂੰ ਇਹੀ ਕਿਹਾ ਕਰ ਕਿ ਅਸੀਂ ਮੇਲੋ ਦਾ ਵਿਆਹ ਕਰਨਾ ਹੈ। ਅੱਗੋਂ ਕੌਰਾਂ ਕੀ ਉੱਤਰ ਦਿੰਦੀ ਹੈ, ਬੇਬੇ ਮੇਰੀ ਤਾਂ ਜਾਨ ਸੁੱਕ ਗਈ ਏ ਫਿਕਰ ਨਾਲ, ਰਾਤ ਦਿਨ ਇਹੋ ਹੀ ਚਿੰਤਾ ਲੱਗੀ ਰਹਿੰਦੀ ਏ। ਬੁੱਢੀ, ਪਰ ਹਾਲ ਦੀ ਘੜੀ ਤਾਂ ਤੁਸੀਂ ਡੱਕੇ ਗਏ, ਪੰਡਤਾਣੀ ਗੱਲ ਕਰਦੀ ਸੀ ਪਈ ਕੱਲ ਤੋਂ ਸਿੰਗਤ ਪੈ ਜਾਣੀ ਹੈ। ਠੀਕ ਹੈ, ਬੁੱਢੀ ਦੱਸ ਰਹੀ ਹੈ ਕਿ ਹਾਲ ਦੀ ਘੜੀ ਮਤਲਬ ਹੁਣ ਤੁਸੀਂ ਕੁਝ ਦਿਨਾਂ ਲਈ ਤਾਂ ਤੁਹਾਨੂੰ ਰੁਕਣਾ ਹੀ ਪੈਣਾ ਹੈ ਉਸਦਾ ਵਿਆਹ ਕਰਨ ਦੇ ਲਈ, ਕਿਉਂਕਿ ਪੰਡਤਾਣੀ ਕੀ ਕਹਿ ਰਹੀ ਸੀ ਕਿ ਕੱਲ ਤੋਂ ਸਿੰਗਤ। ਠੀਕ ਹੈ, ਇਹ ਕੋਈ ਰਸਮਾਂ ਰਿਵਾਜਾਂ ਦੀ ਗੱਲ ਕਰ ਰਹੇ ਨੇ ਪੰਡਤ ਕੀ, ਜਿਨ੍ਹਾਂ ਦੇ ਵਿੱਚ ਉਹ ਵਿਆਹ ਨਹੀਂ ਕਰਦੇ ਸਨ ਸਿੰਗਤ ਵਿੱਚ। ਫਿਰ ਕੌਰਾਂ ਕੀ ਉੱਤਰ ਦਿੰਦੀ ਹੈ, ਮੈਨੂੰ ਤਾਂ ਕੁਝ ਔੜਦਾ ਹੀ ਨਹੀਂ ਪਈ, ਕੀ ਕਰਾਂ। ਉਹਨੂੰ ਮੈਂ ਕਈ ਵਾਰੀ ਕਹਿ ਚੁੱਕੀ ਹਾਂ, ਸੁਣ ਕੇ ਹੂੰ ਹਾਂ ਕਰ ਛੱਡਦਾ ਏ, ਗੱਲਾਂ ਬਥੇਰੀਆਂ ਕਰਦਾ ਏ, ਪਰ ਬਣਾਉਂਦਾ ਕੁਝ ਨਹੀਂ। ਬੁੱਢੀ, ਚੰਗਾ ਫਿਰ ਜਦੋਂ ਮੈਨੂੰ ਮਿਲੇਗਾ ਤੇ ਮੈਂ ਉਹਦੇ ਕੰਨ ਚੰਗੀ ਤਰ੍ਹਾਂ ਖੋਲਾਂਗੀ। ਦੋਨੋਂ ਆਪਸ ਵਿੱਚ ਗੱਲਾਂ ਕਰ ਰਹੀਆਂ ਹੁੰਦੀਆਂ ਨੇ ਕਿ ਬਾਹਰੋਂ ਪੈਰਾਂ ਦੀ ਆਵਾਜ਼ ਆਉਂਦੀ ਹੈ। ਕੌਰਾਂ, ਲੈ ਭਾਵੇਂ ਉਹ ਹੀ ਆਇਆ ਈ, ਹੁਣੇ ਹੀ ਤੂੰ ਉਹਨੂੰ ਕਹੂ ਤਾਂ ਮੈਂ ਵੀ ਨਾਲ ਲੱਗਣੀ ਹੈ। ਕੌਰਾਂ ਫਿਰ ਤੋਂ ਬੁੱਢੀ ਨੂੰ ਕਹਿ ਰਹੀ ਹੈ ਕਿ ਸ਼ਾਇਦ ਉਸਦਾ ਪਤੀ ਹੁਸ਼ਿਆਰਚੰਦ ਹੀ ਆਇਆ ਹੈ ਤੇ ਤੂੰ ਉਹਨੂੰ ਹੁਣੇ ਕਹਿਣਾ ਸ਼ੁਰੂ ਕਰ ਦੇ ਤਾਂ ਕਿ ਮੈਂ ਵੀ ਤੇਰੇ ਨਾਲ ਲੱਗ ਕੇ ਉਸਨੂੰ ਕਹਾਂ। ਬੁੱਢੀ, ਨਾ ਭੈਣ, ਇਹ ਵੇਲਾ ਠੀਕ ਨਹੀਂ, ਕਿਸੇ ਹੋਰ ਦਿਨ ਸਹੀ, ਹੁਣ ਮੈਨੂੰ ਜਾਣ ਦੀ ਕਾਹਲੀ ਏ, ਕਾਕਾ ਉਡੀਕਦਾ ਹੋਵੇਗਾ। ਉਸ ਤੋਂ ਬਾਅਦ ਹੁਸ਼ਿਆਰਚੰਦ ਆ ਜਾਂਦਾ ਹੈ। ਬੁੱਢੀ ਉੱਠ ਕੇ ਚਾਦਰ ਦਾ ਪੱਲਾ ਮੂੰਹ ਉੱਤੇ ਲੈ ਨੀਵਾਂ ਕਰਕੇ ਖੜੀ ਹੋ ਜਾਂਦੀ ਹੈ। ਬੁੱਢੀ, ਲੈ ਭਾਈ ਪੀੜੀ। ਹੁਸ਼ਿਆਰਚੰਦ, ਬਹਿ ਜਾ ਬੇਬੇ ਬਹਿ ਜਾ, ਐਡੀ ਕਾਹਲੀ ਕਾਹਦੀ ਏ। ਫਿਰ ਉਸ ਤੋਂ ਬਾਅਦ ਇੱਕ ਨਿੱਕਾ ਜਿਹਾ ਮੁੰਡਾ ਆਉਂਦਾ ਹੈ। ਮੁੰਡਾ, ਦਾਦੀ ਭਾਈਆ ਸੱਦਾ ਏ, ਕਹਿੰਦਾ ਏ ਛੇਤੀ ਆ, ਮੈਂ ਕੰਮ ਜਾਣਾ ਏ। ਬੁੱਢੀ, ਚੱਲ ਪੁੱਤਰ ਮੈਂ ਆਵੇ ਕਰਨੀ ਆ, ਮੈਂ ਅੱਗੇ ਹੀ ਆਖਿਆ ਸੀ ਵੀ ਉਡੀਕਦਾ ਹੋਵੇਗਾ। ਫਿਰ ਕੀ ਹੁੰਦਾ ਹੈ, ਬੁੱਢੀ ਤੇ ਮੁੰਡਾ ਦੋਨੋਂ ਚਲੇ ਜਾਂਦੇ ਹਨ। ਹੁਸ਼ਿਆਰਚੰਦ ਉੱਥੇ ਬੈਠ ਜਾਂਦਾ ਹੈ। ਕੌਰਾਂ, ਮੇਲੋ ਦਾ ਭਾਈਆ, ਮੈਂ ਤੈਨੂੰ 1000 ਵਾਰੀ ਕੁੜੀ ਵੱਲੋਂ ਆਖਿਆ ਏ, ਤੂੰ ਸੁਣ ਕੇ ਕੰਨਾਂ ਕੋਲੋਂ ਹੀ ਲੰਘਾ ਛੱਡਦਾ ਏ। ਮੇਲੋ ਨੂੰ ਸੁੱਖ ਨਾਲ 18ਵਾਂ ਲੱਗਣ ਨੂੰ ਫਿਰਦਾ ਏ ਤੇ ਤੈਨੂੰ ਉਹਦੇ ਮੰਗਣ ਦਾ ਕੋਈ ਖਿਆਲ ਹੀ ਨਹੀਂ ਏ। ਹੁਸ਼ਿਆਰਚੰਦ ਪੀੜੀ ਨੂੰ ਪੈਰ ਨਾਲ ਅੱਗੇ ਕਰਕੇ ਉਹਦੇ ਉੱਤੇ ਬੈਠਦਾ ਹੈ ਤੇ ਕੁੜਤੇ ਦੇ ਅੱਗੇ ਨਾਲ ਆਪਣੇ ਆਪ ਨੂੰ ਝੱਲ ਮਾਰਦਾ ਹੈ, ਹਵਾ ਦੇਣਾ ਸ਼ੁਰੂ ਕਰ ਦਿੰਦਾ ਹੈ। ਤੂੰ ਤਾਂ ਐਵੇਂ ਬੜਬੜ ਲਾਈ ਹੋਈ ਏ, ਨਾ ਤੇਰੀ ਧੀ ਬਹੁਤੀ ਏ, ਮੇਰੀ ਘੱਟ ਏ। ਮੈਂ ਨਹੀਂ ਜਾਣਦਾ ਵੀ ਵੱਡੀ ਹੋ ਗਈ ਏ, ਤੈਨੂੰ ਕੀ ਪਤਾ ਏ ਵੀ ਮੈਂ ਕਦੋਂ ਦਾ ਢੂੰਡ ਤਲਾਸ਼ ਵਿੱਚ ਲੱਗਾ ਹੋਇਆ ਏ, ਪਰ ਕੋਈ ਕੰਮ ਦਾ ਵਰ ਘਰ ਲੱਭੇ ਤਾਂ ਹੀ ਕਰੀਏ ਨਾ। ਦੋਨੋਂ ਆਪਸ ਵਿੱਚ ਗੱਲਾਂ ਕਰਨ ਲੱਗ ਜਾਂਦੇ ਹਨ। ਕੌਰਾਂ, ਮੈਨੂੰ ਦੁੱਖ ਤਾਂ ਇਸ ਗੱਲ ਦਾ ਏ ਪਈ ਦੁਨੀਆ ਕੀ ਕਹਿੰਦੀ ਹੋਵੇਗੀ, ਇਹ ਹੁਣੇ ਬੇਬੇ ਗੱਲਾਂ ਕਰਦੀ ਗਈ ਏ। ਹੁਸ਼ਿਆਰਚੰਦ, ਬਸ ਬੇਬੇ ਗੱਲਾਂ ਹੀ ਕਰਨ ਜੋਗੀ ਏ ਨਾ, ਕੁਝ ਕੰਮ ਤਾਂ ਨਹੀਂ ਕਰਨ ਵਾਲੀ। ਇਹ ਤਾਂ ਬੁੱਢੀਆਂ ਦਾ ਕਾਇਦਾ ਏ, ਜਿੱਥੇ ਬੈਠਣਗੀਆਂ ਇੱਧਰ ਉੱਧਰ ਦੀਆਂ ਗੱਲਾਂ ਮਾਰਨਗੀਆਂ, ਹੋਰ ਇਹਨਾਂ ਨੂੰ ਕੋਈ ਕੰਮ ਹੀ ਨਹੀਂ ਹੋਇਆ। ਠੀਕ ਹੈ, ਕਾਇਦਾ ਮਤਲਬ ਕਿ ਅਸੂਲ ਏ, ਇਹਨਾਂ ਦਾ ਨਿਯਮ ਹੈ, ਇੱਧਰ ਉੱਧਰ ਦੀਆਂ ਗੱਲਾਂ ਮਾਰਨੀਆਂ, ਆਰ ਪਾਰ ਦੀਆਂ ਗੱਲਾਂ ਕਰਦੇ ਰਹਿਣਾ। ਕੌਰਾਂ, ਲੈ ਖਾਂ ਭਲਾ ਮੁਫਤ ਦੇ ਨਹੋੜੇ ਦੇਣ ਦਾ ਕੀ ਰਾਹ ਹੋਇਆ। ਠੀਕ ਹੈ, ਫਿਰ ਉਹਨੂੰ ਕਹਿੰਦੀ ਹੈ ਕਿ ਨਹੋੜੇ ਮਤਲਬ ਹੁੰਦਾ ਹੈ ਤਾਨੇ, ਮੁਫਤ ਦੇ ਕਿ ਮੁਫਤ ਵਿੱਚ ਕਿਸੇ ਨੂੰ ਤਾਨੇ ਦੇਣ ਦਾ ਕੀ ਮਤਲਬ ਹੋਇਆ। ਉੜਕ ਮਰਦ ਮਿਲ ਕੇ ਬੈਠਦੇ ਨੇ ਤਾਂ ਗੱਲਾਂ ਨਹੀਂ ਕਰਦੇ, ਉੜਕ ਮਤਲਬ ਆਖਰ। ਠੀਕ ਹੈ, ਆਖਿਰਕਾਰ ਜਦੋਂ ਮਰਦ ਮਿਲ ਕੇ ਬੈਠਦੇ ਨੇ ਤਾਂ ਉਹ ਵੀ ਤਾਂ ਆਪਸ ਵਿੱਚ ਗੱਲਾਂ ਹੀ ਕਰਦੇ ਨੇ। ਪਰ ਦੱਸ ਉਹਦੇ ਵੱਲੋਂ ਖਸਮਾਂ ਖਾਣੀ ਦਾ ਨਾਂ ਭੁੱਲ ਗਿਆ ਈ, ਮੇਰੇ ਮੂੰਹ ਦੇ ਅੱਗੇ ਫਿਰਦਾ ਹੀ ਆ। ਹਾਂ, ਜੰਡਪੁਰਾ ਜਿੱਥੇ ਰਾਜੇ ਨੂੰ ਭੇਜਿਆ ਸੀ, ਉੱਥੋਂ ਕੀ ਪਤਾ ਆਇਆ ਏ।
ਹੁਸ਼ਿਆਰਚੰਦ। ਮੈਂ ਇਹੋ ਤਾਂ ਤੈਨੂੰ ਦੱਸਣ ਲੱਗਾ ਸੀ, ਪਰ ਤੂੰ ਬੇਬੇ ਦੀਆਂ ਗੱਲਾਂ ਵਿੱਚ ਲੱਗ ਪਈ। ਕੌਰਾਂ, ਚੰਗਾ ਚੰਗਾ ਚੰਗਾ, ਦੱਸ ਫਿਰ। ਹੁਸ਼ਿਆਰਚੰਦ, ਮੈਂ ਹੁਣੇ ਰਾਜੇ ਨੂੰ ਮਿਲ ਕੇ ਆਇਆ। ਉਹ ਇੱਧਰ ਹੀ ਪਿਆ ਆਉਂਦਾ ਸੀ ਤੇ ਮੈਨੂੰ ਰਾਹ ਵਿੱਚ ਹੀ ਮਿਲ ਪਿਆ। ਕੌਰਾਂ, ਤੂੰ ਉਹਨੂੰ ਆਉਣ ਕਿਉਂ ਨਾ ਦਿੱਤਾ? ਸਾਰੀ ਗੱਲ ਮੈਂ ਉਹਦੇ ਮੂੰਹ ਸੁਣ ਲੈਂਦੀ। ਹੁਸ਼ਿਆਰਚੰਦ, ਉਹ ਇੱਧਰ ਆ ਰਿਹਾ ਸੀ ਤੇ ਮੈਂ ਅੱਗੇ ਕੰਮ ਜਾ ਰਿਹਾ ਸੀ, ਸੋ ਹੀ ਮੈਂ ਉਹਨੂੰ ਨਾਲ ਹੀ ਲੈ ਗਿਆ। ਗੱਲ ਸਾਰੀ ਤੂੰ ਮੇਰੇ ਕੋਲੋਂ ਸੁਣ ਲੈ। ਕਹਿੰਦਾ ਇਹ ਪਈ ਕੋਈ ਚੰਗੇ ਭਾਗ ਹੋਣ ਤਾਂ ਇਹੋ ਜਿਹਾ ਘਰ ਲੱਭਦਾ ਏ। ਬੜੇ ਭਗਵਾਨ ਨੇ ਰਿਜ਼ਕ ਤਾਂ ਰੱਬ ਨੇ ਰੱਜ ਕੇ ਦਿੱਤਾ ਹੋਇਆ ਏ। ਠੀਕ ਹੈ, ਉਹ ਕੀ ਕਹਿੰਦਾ ਕਿ ਬੜੇ ਹੀ ਉਹ ਬਹੁਤ ਅਮੀਰ ਨੇ ਤੇ ਉਹਨਾਂ ਦੇ ਘਰ ਰਿਜ਼ਕ ਜੋ ਹੈ ਖਾਣ ਪੀਣਾ ਪਰਮਾਤਮਾ ਨੇ ਰੱਜ ਕੇ ਦਿੱਤਾ ਹੋਇਆ ਹੈ। ਬੜਾ ਵੱਡਾ ਖਲਜਗਨ ਏ, ਪ੍ਰਾਕਰਮੀ ਖਾਨਦਾਨ ਏ, ਆਹਰੇ ਬਾਹਰੇ ਵਿੱਚ ਮੰਨੇ ਹੋਏ, ਹਰ ਥਾਂ ਬੁੱਕ ਬੁੱਕ ਕੇਸਰ ਪੈਂਦਾ ਏ। ਫਿਰ ਹੁਸ਼ਿਆਰਚੰਦ ਕੌਰਾਂ ਨੂੰ ਉਹਨਾਂ ਦੀਆਂ ਤਾਰੀਫਾਂ ਕਰਦਾ ਹੈ ਕਿ ਜੋ ਉਹਨੇ ਮੇਲੋ ਦੇ ਲਈ ਘਰ ਲੱਭਿਆ ਹੈ ਉਹ ਬਹੁਤ ਹੀ ਅਮੀਰ ਖਾਨਦਾਨ ਹੈ, ਰੱਜੇ ਪੁੱਜੇ ਨੇ, ਠੀਕ ਹੈ, ਮਿਹਨਤੀ ਲੋਕ ਨੇ। ਪਰਾਕਰਮੀ ਦਾ ਮਤਲਬ ਇਹਦੇ ਵਿੱਚ ਮਿਹਨਤੀ ਹੈ। ਕੌਰਾਂ, ਸ਼ੁਕਰ ਏ ਰੱਬ ਦਾ, ਇਹ ਵੀ ਰਾਤ ਦਿਨ ਦਾ ਸਹਿਸਾ ਲੱਥਾ। ਮੇਰੀ ਤਾਂ ਫਿਕਰ ਨਾਲ ਜਾਨ ਸੁੱਕੀ ਜਾਂਦੀ ਸੀ। ਠੀਕ ਹੈ, ਉਹ ਪਰਮਾਤਮਾ ਦਾ ਸ਼ੁਕਰ ਕਰਦੀ ਹੈ ਕਿ ਜੋ ਮੈਨੂੰ ਟੈਨਸ਼ਨ ਪਈ ਹੋਈ ਸੀ ਉਹ ਮੇਰੀ ਖਤਮ ਹੋਈ। ਹੁਸ਼ਿਆਰਚੰਦ, ਵੇਖ ਰੱਬ ਨੇ ਕਿਹਾ ਚੰਗਾ ਢੋ ਮਿਲਾਇਆ ਈ, ਸਹਿਜ ਪੱਕੇ ਸੋ ਮੀਠਾ ਹੋ। ਤੂੰ ਬੜੀ ਕਾਲੀ ਪਾਈ ਹੋਈ ਸੈਂ। ਕਾਲੀ ਨਾਲ ਕੁਝ ਨਹੀਂ ਬਣਦਾ। ਮੇਲੋ ਬੜੀ ਨਸੀਬਾਂ ਵਾਲੀ ਏ ਤੇ ਉਹਦੇ ਨਸੀਬਾਂ ਨੂੰ ਸਾਰੇ ਕੰਮ ਆਪਣੇ ਆਪ ਰਾਸ ਹੁੰਦੇ ਜਾਂਦੇ ਨੇ। ਕੌਰਾਂ, ਸੁੱਖ ਨਾਲ ਮੁੰਡਾ ਕਿੱਡੀ ਕੁ ਉਮਰ ਦਾ ਏ? ਕੁਵਾਰਾ ਏ ਕਿ ਦਹਾਜੂ? ਫਿਰ ਕੌਰਾਂ ਆਪਣੇ ਘਰ ਵਾਲੇ ਨੂੰ ਪੁੱਛਦੀ ਹੈ ਕਿ ਜੋ ਮੁੰਡਾ ਲੱਭਿਆ ਹੈ ਮੇਲੋ ਦੇ ਲਈ ਉਹਨਾਂ ਨੇ, ਉਹਦੀ ਉਮਰ ਕਿੰਨੀ ਕੁ ਹੈ ਔਰ ਉਹ ਮੁੰਡਾ ਕੁਆਰਾ ਹੀ ਹੈ ਹਜੇ ਜਾਂ ਦਹਾਜੂ? ਦਹਾਜੂ ਦਾ ਮਤਲਬ ਕੀ ਹੁੰਦਾ ਹੈ? ਜਿਸ ਦੀ ਪਹਿਲੀ ਪਤਨੀ ਦੇ ਮਰਨ ਜਾਂ ਛੱਡਣ ਦੇ ਬਾਅਦ ਉਹ ਦੂਜਾ ਵਿਆਹ ਕਰਵਾ ਰਿਹਾ ਹੁੰਦਾ ਹੈ। ਠੀਕ ਹੈ, ਉਸ ਦਾ ਦੁਬਾਰਾ ਵਿਆਹ ਹੋ ਰਿਹਾ ਹੁੰਦਾ, ਉਹਨੂੰ ਦਹਾਜੂ ਕਿਹਾ ਜਾਂਦਾ ਹੈ। ਫਿਰ ਕੀ ਹੁੰਦਾ ਹੈ? ਹੁਸ਼ਿਆਰਚੰਦ ਹੱਥ ਨਾਲ ਸੈਨਤ ਕਰਕੇ ਕਿ ਕੌਰਾਂ ਨੂੰ ਚੁੱਪ ਕਰਵਾਉਂਦਾ ਹੈ ਕਿ ਚੁੱਪ ਕਰ ਜਾ। ਠੀਕ ਹੈ, ਫਿਰ ਉਹ ਕੀ ਕਹਿੰਦਾ ਹੈ? ਮੇਲੋ ਨੂੰ ਆਵਾਜ਼ ਮਾਰਦਾ ਹੈ, ਕਾਕੋ ਤੂੰ ਜਾ ਇੱਕ ਕੰਮ ਕਰਿਆ। ਮੇਲੋ, ਮੈਂ ਫੁਲਕਾਰੀ ਕੱਢਦੀ ਪਈ ਹਾਂ, ਠਹਿਰ ਕੇ ਜਾਊਂ। ਕੌਰਾਂ, ਫੁਲਕਾਰੀ ਫੇਰ ਨਾ ਕੱਢੀ ਜਾਓ, ਜਾ ਮੇਰੀ ਬੀਬੀ ਧੀ। ਮੇਲੋ, ਕੀ ਕੰਮ ਹੈ? ਹੁਸ਼ਿਆਰਚੰਦ, ਪੰਡਤਾਣੀ ਵੱਲ ਜਾ, ਉਹਨੂੰ ਕਹਿ ਵੀ ਪਾਂਦਾ ਜਦੋਂ ਬਾਹਰੋਂ ਆਵੇ ਤਾਂ ਉਹਨੂੰ ਝਟਪਟ ਇੱਧਰ ਭੇਜੇ। ਮੇਲੋ, ਕਿਹੜੀ ਪੰਡਤਾਣੀ? ਕੌਰਾਂ, ਇਹ ਕੋਈ 10-20 ਪੰਡਤਾਣੀਆਂ ਹਨ। ਉਹ ਬੁੱਢੀ ਪਾਂਦੇ ਦੀ ਵਹੁਟੀ। ਹੋਰ ਕਿਹੜੀ? ਠੀਕ ਹੈ, ਕੌਰਾਂ ਆਪਣੀ ਧੀ ਨੂੰ ਦੱਸਦੀ ਹੈ ਕਿ ਇੱਥੇ ਕੋਈ ਬਹੁਤ ਜ਼ਿਆਦਾ ਪੰਡਤਾਣੀਆਂ ਤਾਂ ਨਹੀਂ ਹੈ, ਪਾਂਦੇ ਦੀ ਵਹੁਟੀ ਨੂੰ ਜਾ ਕੇ ਕਹਿਆ। ਮੇਲੋ, ਮੈਨੂੰ ਠੀਕ ਤਰ੍ਹਾਂ ਪਤਾ ਨਹੀਂ ਉਹਦਾ ਘਰ ਕਿੱਥੇ ਹੈ। ਕੌਰਾਂ ਫਿਰ ਉਹਨੂੰ ਕੀ ਕਹਿੰਦੀ ਹੈ? ਜਾ ਪੜਿਓ ਬਸੰਤੋ ਨੂੰ ਨਾਲ ਲੈ ਜਾ, ਉਹਨੂੰ ਪਤਾ ਹੈ। ਫਿਰ ਕੌਰਾਂ ਤੇ ਹੁਸ਼ਿਆਰਚੰਦ ਅਸਲ ਵਿੱਚ ਕੋਈ ਗੱਲ ਕਰਨਾ ਚਾਹੁੰਦੇ ਸਨ, ਕਿਉਂਕਿ ਜਦੋਂ ਕੌਰਾਂ ਆਪਣੇ ਪਤੀ ਨੂੰ ਪੁੱਛ ਰਹੀ ਹੁੰਦੀ ਹੈ ਕਿ ਉਸਦਾ ਜੋ ਵਰ ਢੂੰਡਿਆ ਹੈ ਉਹ ਵਿਆਹਿਆ ਹੋਇਆ ਹੈ ਜਾਂ ਫਿਰ ਪਹਿਲਾਂ ਵਿਆਹਿਆ ਤਾਂ ਨਹੀਂ, ਕੁਆਰਾ ਹੈ। ਠੀਕ ਹੈ, ਜਦੋਂ ਪੁੱਛਣ ਲੱਗਦੀ ਹੈ ਤੇ ਹੁਸ਼ਿਆਰਚੰਦ ਉਹਨੂੰ ਇਸ਼ਾਰੇ ਨਾਲ ਚੁੱਪ ਕਰਵਾ ਦਿੰਦਾ ਹੈ। ਕਿਉਂ ਚੁੱਪ ਕਰਵਾਉਂਦਾ ਹੈ? ਕਿਉਂਕਿ ਹੁਸ਼ਿਆਰਚੰਦ ਉਸ ਤੋਂ ਬਾਅਦ ਜੋ ਗੱਲ ਕਰਨਾ ਚਾਹੁੰਦਾ ਹੈ ਉਹ ਮੇਲੋ ਦੇ ਸਾਹਮਣੇ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਲੋ ਵੀ ਉੱਥੇ ਹੀ ਬੈਠੀ ਹੋਈ ਫੁਲਕਾਰੀ ਕੱਢ ਰਹੀ ਸੀ। ਫਿਰ ਇਸ ਤਰ੍ਹਾਂ ਮੇਲੋ ਘਰੋਂ ਚਲੇ ਜਾਂਦੀ ਹੈ ਤੇ ਉਹ ਆਪਣੀਆਂ ਗੱਲਾਂ ਜਾਰੀ ਰੱਖਦੇ ਹਨ। ਇਸ ਤੋਂ ਅਗਲੇ ਇਕਾਂਗੀ ਦਾ ਭਾਗ ਅਸੀਂ ਦੂਸਰੇ ਭਾਗ ਵਿੱਚ ਪੜਾਂਗੇ ਕਿ ਸੁਹਾਗ ਇਕਾਂਗੀ ਵਿੱਚ ਬਾਅਦ ਵਿੱਚ ਕੀ ਹੁੰਦਾ ਹੈ। ਇੱਥੋਂ ਤੱਕ ਮੇਲੋ ਘਰੋਂ ਚਲੇ ਜਾਂਦੀ ਹੈ। ਧੰਨਵਾਦ ਜੀ।